ਸਤਿ ਸ਼੍ਰੀ ਅਕਾਲ ਜੀ। ਮੇਰੇ ਦਿਓਰ ਦੀ ਮੌਤ ਤੋਂ ਬਾਅਦ ਮੇਰੀ ਦਰਾਣੀ ਕੰਮ ਤੇ ਜਾਣ ਲੱਗੀ। ਉਹ ਸਾਰੀ ਰਾਤ ਬਾਹਰ ਰਹਿੰਦੀ, ਕਹਿੰਦੀ ਕਿ ਰਾਤ ਦੀ ਡਿਊਟੀ ਮਿਲੀ ਹੈ। ਉਹ ਹਰ ਮਹੀਨੇ 50,000 ਰੁਪਏ ਲੈ ਕੇ ਆਉਂਦੀ ਸੀ। ਮੈਂ ਸੋਚ ਰਹੀ ਸੀ ਕਿ ਮੇਰੀ ਦਰਾਣੀ ਤਾਂ ਅਨਪੜ੍ਹ ਹੈ, ਫਿਰ ਇਹ ਅਜਿਹਾ ਕਿਹੜਾ ਕੰਮ ਕਰਦੀ ਹੈ ਜੋ ਇੰਨੀ ਤਨਖਾਹ ਮਿਲਦੀ ਹੈ। ਕਈ ਵਾਰ ਉਸਦੇ ਕੱਪੜੇ ਵੀ ਫਟੇ ਹੁੰਦੇ, ਸਰੀਰ ਤੇ ਜ਼ਖਮ ਵੀ ਹੁੰਦੇ। ਮੈਨੂੰ ਉਸ 'ਤੇ ਸ਼ੱਕ ਹੋਣ ਲੱਗਿਆ ਤਾਂ ਇੱਕ ਦਿਨ ਉਸਦੇ ਪਿੱਛੇ ਗਈ। ਉਸਦਾ ਕੰਮ ਵੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ, ਕਿਉਂਕਿ ਉੱਥੇ ਤਾਂ ਮੇਰਾ ਇੱਕ ਹੀ ਦਿਓਰ ਸੀ, ਜਿਸ ਦਾ ਵਿਆਹ ਅਸੀਂ ਬਹੁਤ ਧੂਮ-ਧਾਮ ਨਾਲ ਕੀਤਾ ਸੀ। ਮੇਰੇ ਸਹੁਰੇ ਦੀ ਮੌਤ ਤੋਂ ਬਾਅਦ ਮੇਰੀ ਸੱਸ ਨੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਆਪਣੇ ਬੇਟੇ ਨੂੰ ਪੜ੍ਹਾਇਆ ਲਿਖਾਇਆ ਸੀ, ਤਾਂ ਕਿ ਉਹ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣ ਸਕੇ। ਪਰ ਸ਼ਾਇਦ ਕਿਸਮਤ ਵਿੱਚ ਕੁਝ ਹੋਰ ਹੀ ਲਿਖਿਆ ਸੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਹੋ ਜਾਵੇਗਾ। ਇੱਕ ਦਿਨ ਅਚਾਨਕ ਕਰੰਟ ਲੱਗਣ ਨਾਲ ਮੇਰੇ ਦਿਓਰ ਦੀ ਮੌਤ ਹੋ ਗਈ। ਉਸ ਦੀ ਮੌਤ ਨੇ ਮੇਰੀ ਸੱਸ ਨੂੰ ਬਿਲਕੁਲ ਤੋੜ ਕੇ ਰੱਖ ਦਿੱਤਾ। ਉਹ ਕਹਿ ਰਹੀ ਸੀ ਕਿ ਰੱਬ ਉਸ ਦੀ ਜਗ੍ਹਾ ਮੈਨੂੰ ਲੈ ਜਾਂਦਾ। ਬੇਟੇ ਦੇ ਗਮ ਵਿੱਚ ਉਹ ਬਿਮਾਰ ਹੋ ਗਈ। ਮੇਰੀ ਜਵਾਨ ਦਰਾਣੀ ਸਾਲ ਪਹਿਲਾਂ ਹੀ ਮੇਰੇ ਦਿਓਰ ਨਾਲ ਵਿਆਹ ਕਰਕੇ ਮੇਰੇ ਘਰ ਆਈ ਸੀ। ਉਹ ਵਿਧਵਾ ਹੋ ਗਈ। ਉਹ ਵੀ ਹਮੇਸ਼ਾ ਰੋਂਦੀ ਰਹਿੰਦੀ, ਪਰ ਹੋਣੀ ਨੂੰ ਕੌਣ ਟਾਲ ਸਕਦਾ ਸੀ। ਮੇਰੀ ਜ਼ਿੰਦਗੀ ਤਾਂ ਲੰਘ ਗਈ ਸੀ, ਪਰ ਉਸ ਦੀ ਜ਼ਿੰਦਗੀ ਦਾ ਸਫ਼ਰ ਤਾਂ ਹੁਣ ਸ਼ੁਰੂ ਹੋਇਆ ਸੀ। ਉਸ ਦਾ 1 ਸਾਲ ਦਾ ਮਾਸੂਮ ਬੇਟਾ ਬਿਨ ਬਾਪ ਤੋਂ ਹੋ ਗਿਆ ਸੀ। ਮੇਰੀ ਦਰਾਣੀ ਨੂੰ ਦੇਖ ਕੇ ਮੇਰੀਆਂ ਅੱਖਾਂ ਸਾਹਮਣੇ ਮੇਰਾ ਬੀਤਿਆ ਕੱਲ੍ਹ ਆ ਜਾਂਦਾ, ਜਿਵੇਂ ਦੁਬਾਰਾ ਉਹੀ ਸਮਾਂ ਆ ਗਿਆ ਹੋਵੇ। ਮੇਰੇ ਹੱਥ ਵਿੱਚ ਕੁਝ ਨਹੀਂ ਸੀ, ਮੈਂ ਕੁਝ ਨਹੀਂ ਕਰ ਸਕਦੀ ਸੀ। ਮੈਨੂੰ ਇਹ ਦੁੱਖ ਅੰਦਰੋਂ ਅੰਦਰੀ ਖਾ ਰਿਹਾ ਸੀ। ਮੇਰੀ ਸੱਸ ਦੀ ਹਾਲਤ ਦਿਨ ਬ ਦਿਨ ਵਿਗੜਦੀ ਜਾ ਰਹੀ ਸੀ। ਜਮ੍ਹਾਂ ਪੂੰਜੀ ਖਤਮ ਹੋ ਰਹੀ ਸੀ। ਹੁਣ ਅੱਗੇ ਕੀ ਘਰ ਦੀ ਜ਼ਿੰਮੇਵਾਰੀ ਕੌਣ ਸੰਭਾਲੇਗਾ? ਘਰ ਦਾ ਖਰਚਾ ਕਿਵੇਂ ਚੱਲੇਗਾ? ਮੇਰੀ ਸੱਸ ਇਹੀ ਸੋਚਦੀ ਕਿ ਮੈਂ ਇਸ ਉਮਰ ਵਿੱਚ ਨੂੰਹ ਤੇ ਪੋਤੇ ਦਾ ਸਹਾਰਾ ਕਿਵੇਂ ਬਣਾਂਗੀ। ਮੈਨੂੰ ਆਪਣੇ ਆਪ 'ਤੇ ਗੁੱਸਾ ਆ ਰਿਹਾ ਸੀ। ਅਸੀਂ ਵੀ ਕੁਝ ਨਹੀਂ ਕਰ ਪਾ ਰਹੇ ਸੀ। ਸਾਡਾ ਆਪਣਾ ਗੁਜ਼ਾਰਾ ਮਸਾਂ ਚੱਲ ਰਿਹਾ ਸੀ। ਮੈਂ ਆਪਣੇ ਆਪ ਨੂੰ ਲਾਚਾਰ ਤੇ ਬੇਬਸ ਮਹਿਸੂਸ ਕਰ ਰਹੀ ਸੀ। ਮੇਰੀ ਦਰਾਣੀ ਇੱਕ ਛੋਟੇ ਬੱਚੇ ਦੀ ਮਾਂ ਸੀ। ਉਸ ਨੂੰ ਵੀ ਨਹੀਂ ਕਹਿ ਸਕਦੀ ਸੀ ਕਿ ਜਾ ਕਮਾਈ ਕਰ। ਮੇਰੇ ਕੋਲ ਬੇਵਸੀ ਤੋਂ ਇਲਾਵਾ ਕੁਝ ਨਹੀਂ ਬਚਿਆ ਸੀ। ਮੇਰੀ ਦਰਾਣੀ ਸਾਡੇ ਘਰ ਦੇ ਨਾਲ ਰਹਿਣ ਵਾਲੀ ਰੂਪਾ ਨਾਲ ਘਰ ਤੋਂ ਬਾਹਰ ਜਾਣ ਲੱਗੀ ਤੇ ਮੈਨੂੰ ਕਹਿ ਕੇ ਜਾਂਦੀ ਕਿ ਮੈਂ ਬਾਜ਼ਾਰ ਚੱਲੀ ਹਾਂ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਘਰ ਵਿੱਚ ਰੋਟੀ ਖਾਣ ਦੇ ਪੈਸੇ ਨਹੀਂ ਤੇ ਇਹ ਬਾਜ਼ਾਰ ਕੀ ਕਰਨ ਜਾਂਦੀ ਹੈ। ਪਰ ਇਹ ਸੋਚ ਕੇ ਕੁਝ ਨਾ ਕਹਿੰਦੀ ਕਿ ਚਲੋ ਉਸ ਦਾ ਦੁੱਖ ਘਟ ਜਾਵੇਗਾ, ਮਨ ਬਹਿਲ ਜਾਵੇਗਾ। ਇੱਕ ਦਿਨ ਮੈਂ ਪੁੱਛਿਆ ਕਿ ਬਾਜ਼ਾਰ ਵਿੱਚ ਕੀ ਕੰਮ ਹੈ, ਤਾਂ ਕਹਿਣ ਲੱਗੀ ਕਿ ਰੂਪਾ ਨੂੰ ਕੰਮ ਹੈ, ਮੈਂ ਤਾਂ ਵੈਸੇ ਹੀ ਨਾਲ ਚੱਲੀ ਹਾਂ। ਫਿਰ ਇੱਕ ਦਿਨ ਮੇਰੀ ਸੱਸ ਦੀ ਤਬੀਅਤ ਬਹੁਤ ਖਰਾਬ ਹੋ ਗਈ ਤਾਂ ਮੇਰੀ ਦਰਾਣੀ ਉਹਨੂੰ ਹਸਪਤਾਲ ਲੈ ਗਈ। ਉਹ ਨਹੀਂ ਜਾਣਾ ਚਾਹੁੰਦੀ ਸੀ, ਕਿਉਂਕਿ ਪਤਾ ਸੀ ਕਿ ਖਰਚਾ ਬਹੁਤ ਹੋ ਜਾਣਾ ਸੀ, ਪਰ ਮੇਰੀ ਦਰਾਣੀ ਉਹਨੂੰ ਜ਼ਬਰਦਸਤੀ ਲੈ ਗਈ। ਉੱਥੇ ਡਾਕਟਰ ਨੇ ਟੈਸਟ ਕੀਤੇ ਤੇ ਫਿਰ ਦਵਾਈ ਦਿੱਤੀ। ਮੇਰੀ ਦਰਾਣੀ ਨੇ ਸਾਰੇ ਪੈਸੇ ਆਪਣੇ ਕੋਲੋਂ ਹੀ ਦਿੱਤੇ। ਮੇਰੀ ਸੱਸ ਕੋਲੋਂ ਇੱਕ ਵੀ ਪੈਸਾ ਨਾ ਮੰਗਿਆ। ਮੈਨੂੰ ਹੈਰਾਨੀ ਹੋ ਰਹੀ ਸੀ ਕਿ ਇਸ ਕੋਲ ਪੈਸੇ ਕਿੱਥੋਂ ਆਏ। ਮੈਂ ਉਸ ਨੂੰ ਪੁੱਛਿਆ ਵੀ ਕਿੰਨਾ ਖਰਚਾ ਆ ਗਿਆ, ਪਰ ਉਸਨੇ ਮੇਰੀ ਗੱਲ ਵੱਲ ਜ਼ਿਆਦਾ ਧਿਆਨ ਨਾ ਦਿੱਤਾ। ਦਿਨ ਬੀਤਦੇ ਗਏ। ਹੁਣ ਤਾਂ ਮੇਰੀ ਦਰਾਣੀ ਘਰ ਆਉਂਦੇ ਸਮਾਨ ਵੀ ਖਰੀਦ ਲਿਆਉਂਦੀ ਸੀ। ਅੱਜ ਆ ਕੇ ਕਹਿਣ ਲੱਗੀ ਕਿ ਮੈਂ ਬਹੁਤ ਥੱਕ ਗਈ ਹਾਂ। ਮੈਂ ਉਸ ਨੂੰ ਕਿਹਾ, ਕਿਸ ਬਾਰੇ ਗੱਲ ਕਰ ਰਹੀ ਹੈ? ਤਾਂ ਉਸਨੇ ਗੱਲ ਬਦਲ ਦਿੱਤੀ। ਅੱਜ ਰੂਪਾ ਨੇ ਬਹੁਤ ਕਮਾਇਆ, ਇਸ ਲਈ ਬਹੁਤ ਥੱਕ ਗਈ ਹਾਂ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਝੂਠ ਕਿਉਂ ਬੋਲ ਰਹੀ ਆ, ਕਿਉਂਕਿ ਉਸਦੇ ਜਾਣ ਤੋਂ ਬਾਅਦ ਰੂਪਾ ਮੇਰੇ ਕੋਲ ਆਈ ਸੀ ਤੇ ਗੱਲਾਂ ਬਾਤਾਂ ਕਰਕੇ ਗਈ ਸੀ। ਮੈਂ ਚਾਹੁੰਦੀ ਤਾਂ ਮੈਂ ਰੂਪਾ ਤੋਂ ਪੁੱਛ ਸਕਦੀ ਸੀ, ਪਰ ਮੈਂ ਨਹੀਂ ਚਾਹੁੰਦੀ ਸੀ ਕਿ ਕਿਸੇ ਨੂੰ ਮੇਰੀ ਦਰਾਣੀ ਬਾਰੇ ਕੋਈ ਵੀ ਗੱਲ ਕਰਨ ਦਾ ਮੌਕਾ ਮਿਲੇ। ਆਪਣੀ ਦਰਾਣੀ ਦੀ ਗੱਲ ਸੁਣ ਕੇ ਮੈਂ ਚੁੱਪ ਰਹੀ, ਪਰ ਸਮਝ ਗਈ ਸੀ ਕਿ ਕੁਝ ਤਾਂ ਮੇਰੀਆਂ ਅੱਖਾਂ ਤੋਂ ਛੁਪਿਆ ਹੋਇਆ ਹੈ।
मैं सोच ही रही सी कि मेरी दरानी कहन लगी कि मैनू इस एक नौकरी मिल गई है, कल तो जाना है। मैं उसनू कहा तू काम करन नू रहन दे, बच्चे नू संभाल लिया कर, आपां रल मिल के घर दा गुजारा कर लवांगे। मैं उसनू बहुत समझाया पर वो ना मन्नी। उसदे इस फैसले ने मैनू सोच विच पा दिता। खैर मैं सवेरे जल्दी उठ के खाना बना दिता कि उसने काम ते जाना होवेगा, पर वो रसोई विच आके कह लगी कि खाना मैं बना लेना सी। तां मैं क्या तू काम ते जाना है इसलिए मैं बना दिता तां कि तू पहले दिन ही लेट ना हो जावें। वो कहन लगी कि मैं तां रात नू जाना है, नाइट ड्यूटी है। मैं क्या रात नू साल भर दा बच्चा रात नू अपनी मां तो बिना किवें रहेगा। मेरी परेशानी वधदी जा रही सी। शाम हुंदे ही उसने खाना बनाया ते असीं खाना खा लिया। मेरी सੱਸ अपने पोते नू लैके चुपचाप बैठ गई ते वो अपने काम ते चली गई। मेरा मन कर रहा सी कि उसनू रोक लवां पर मैं अजिहा ना कर पाई। जे अज मेरा दिओर जिउंदा हुंदा तां मेरी दराणी नू काम करन दी जरूरत नहीं सी। मैं रब नू कोसन लगी। रात नू बच्चा तां सौ गया पर मेरी नींद उड़ गई। पर अद्धी रात नू मेरा बच्चा उठ के रोन लगा। वो किसी भी तरीके चुप नहीं हो रहा सी, शायद अपनी मां नू लभ रहा सी। खैर काफ़ी जद्दोजहद तो बाद मैं उसनू सुला दिता। सवेरे सूरज की पहली किरण नाल मैं उठ खड़ी। किसी ने दरवाजा खड़काया तां देखिया तां मेरी दराणी सी। उसनू वेख के मेरी जान विच जान आई, पर उसका चेहरा उतरिया होया सी। कहन लगी कि बहुत थक गई हाँ। मैं उसनू नाश्ता दिता ते कहा कि आराम कर लै। मैं शाम नू उसनू कहा कि दिन की ड्यूटी नहीं मिल सकती, तो वह कहन लगी कि कुछ दिन की गल है फिर ड्यूटी बदल जाएगी। मेरे चुप रहन तो बिना कोई चारा नहीं सी। मैं उसनू बहाने नाल उसदे काम बारे जानन की कोशिश भी की, पर वह हर बार गल बदल दिंदी सी। एक दिन सवेरे मैं अपनी दराणी की राह वेख रही सी, पर वह हजे तक नहीं आई सी। करीब 5 वजे वह घर आई तो सीधा अपने कमरे विच चली गई। बहुत थकी लग रही सी। उसकी हालत वेख के मेरे हथों पानी का गिलास छुट गया। उसकी साड़ी फटी हुई सी। मेरे दिमाग ने काम करना बंद कर दिता सी। मैं उसनू पूछा कि तेरी ये हालत, तां वो कहन लगी कि उत्थे काम करदी हाँ, एक कुड़ी नाल लड़ाई हो गई सी, उसकी नज़र झुकी हुई सी। उसनू महीने बाद तनख्वाह मिली, वो भी 50,000। मेरा मत्था फिर ठणकिया कि एक अनपढ़ कुड़ी दी इन्नी तनख्वाह अजिहा किहड़ा काम करदी है। वो हुण मैं जानना चाहती सी। इसलिए मैं एक दिन सोचिया कि मैं पता लगा के रहांगी। बच्चे नू अपनी सੱਸ कोल छड्ड के मैं दराणी दा पिछा करन लगी। थोड़ी देर बाद वो अजिही जगह पहुंची जो एक औरत लई नरक समान हुंदी है। मेरे तां होश उड़ गए क्योंकि ये तां कोठा सी। मैं अपनी दराणी नू पूरा अंदर जाण तो पहलां ही बांह फड़ के मोड़ लियाई। मैनू वेख के वो घबरा गई तो चुपचाप मेरे नाल आ गई। कहन लगी कि मैं होर की करदी, मैं अनपढ़ कोई काम देण नू तैयार नहीं सी। फिर एक दिन मैनू रूपा मिली, वो भी मेरी तरह ही सी। मैनू कहन लगी कि काम तां मिल जू, बस नच्चना आउणा चाहीदा है। मैं पहलां तां मना कर दिता, पर बाद विच मजबूरी विच हाँ कर दिती क्योंकि होर कोई रस्ता नज़र नहीं आ रहा सी। मैनू ठीक तरह नच्चना नहीं आउंदा सी, इसलिए उत्थे जो वड्डी दीदी सी वो मार मार के सिखाउंदी सी। उसे करके मेरे कपड़े फट जाते सन। मैनू माफ़ कर दिओ, मेरी समझ विच कुछ नहीं आ रहा सी। मैं अपने आप नू संभालिया ते दराणी नू काम छड्डण बारे कह दिता। हुण वो लोकां दे घरां विच काम करदी है, मेहनत नाल रोजी रोटी कमाउंदी है। दोस्तों, जे बच्चे कोई गलत कदम उठा लेंदे हन, ਵੱਡਿਆਂ ਦਾ फर्ज बनता है कि उन्हां नूं माफ़ कर दे ते उन्हां नूं सीधे रस्ते ते लैके आउण। धन्नवाद जी। जेकर कहानी वधिया लगी होवे तां लाइक कमेंट शेयर जरूर करना ते चैनल नूं सबसक्राइब करना ना भुलना। मिलदे हैं एक नवीं कहानी दे नाल। तद तक मैनूं दिओ इजाजत। सत श्री अकाल जी।